ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਇੱਕ ਨਵਾਂ ਟੌਪਿਕ ਦੈਟ ਇਜ਼ ਇੰਟਰੋਡਕਸ਼ਨ ਟੂ ਲਿਮਿਟਸ, ਫਿਟਸ ਐਂਡ ਟੋਲਰੈਂਸਿਸ। ਸੋ ਕੀ ਨੇ ਇਹ ਟਰਮਸ? ਲਿਮਿਟਸ ਕਿਹਨੂੰ ਕਹਿੰਦੇ ਹਾਂ, ਫਿਟਸ ਕੀ ਹੁੰਦੀਆਂ ਹਨ, ਟੋਲਰੈਂਸਿਸ ਕੀ ਹੈ, ਕਿਉਂ ਰੱਖਦੇ ਹਾਂ ਕਿਸੇ ਵੀ ਕੰਪੋਨੈਂਟ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਨੂੰ, ਤੋ ਇਹਨਾਂ ਦੇ ਕੀ ਫਾਇਦੇ ਨੇ, ਕੀ ਨੁਕਸਾਨ ਨੇ, ਇਹਨਾਂ ਦੇ ਬਾਰੇ ਅੱਜ ਚਰਚਾ ਕਰਾਂਗੇ ਅੱਜ। ਸੋ ਉਸ ਤੋਂ ਪਹਿਲਾਂ ਮੈਂ ਤੁਹਾਡੇ ਲਈ ਇੱਕ ਸਵਾਲ ਲੈ ਕੇ ਆਇਆ ਇਸ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ। ਤਾਂ ਸਵਾਲ ਹੈ ਜੀ ਕਿ ਇੱਕ ਤੋਂ ਜ਼ਿਆਦਾ ਮਲਟੀਪਲ ਪਾਰਟਸ ਅਸੀਂ ਬਣਾ ਸਕਦੇ ਹਾਂ ਐਗਜ਼ੈਕਟ ਵਿਦ ਸੇਮ ਡਾਇਮੈਂਸ਼ਨਸ। ਸਪੋਜ਼ ਕਿਸੇ ਇੰਡਸਟਰੀ ਦੇ ਵਿੱਚ ਸਾਡੇ ਕੋਲ ਮਾਸ ਪ੍ਰੋਡਕਸ਼ਨ ਹੋ ਰਹੀ ਹੈ, ਸੋ ਉਸ ਮਾਸ ਪ੍ਰੋਡਕਸ਼ਨ ਦੇ ਵਿੱਚ ਨੰਬਰ ਆਫ ਪੀਸਿਸ ਬਣਦੇ ਪਏ ਨੇ, ਇੱਕੋ ਤਰ੍ਹਾਂ ਦੇ ਹੀ ਮੇਰੇ ਕੋਲ ਹਜ਼ਾਰਾਂ ਲੱਖਾਂ ਪੀਸ ਬਣਦੇ ਪਏ ਆ ਮਾਸ ਪ੍ਰੋਡਕਸ਼ਨ ਦੇ ਅੰਦਰ। ਸਾ ਕਿ ਉਸ ਟਾਈਮ ਉਹਨਾਂ ਸਾਰੇ ਪੀਸਿਸ ਦੀ ਜੋ ਡਾਇਮੈਂਸ਼ਨਸ ਹੋਣਗੀਆਂ ਕੀ ਉਹ ਸਿਮਿਲਰ ਹੋਣਗੀਆਂ ਜਾਂ ਡਿਸਸਿਮਿਲਰ ਹੋਣਗੀਆਂ? ਜਲਦੀ ਜਲਦੀ ਇਹਦਾ ਆਨਸਰ ਆਪਣੇ ਮਾਈਂਡ ਦੇ ਵਿੱਚ ਲੈ ਕੇ ਆਓ, ਸੋਚੋ ਜ਼ਰਾ ਜਲਦੀ ਜਲਦੀ ਕੀ ਆਨਸਰ ਇਹਦਾ ਹੋ ਸਕਦਾ। ਆਨਸਰ ਇਜ਼ ਨੋ। ਅਸੀਂ ਇੱਕੋ ਸੇਮ ਡਾਇਮੈਂਸ਼ਨਸ ਦੇ ਨਾਲ ਇੱਕੋ ਤਰ੍ਹਾਂ ਦੇ ਇੱਕ ਤੋਂ ਜ਼ਿਆਦਾ ਕੰਪੋਨੈਂਟਸ ਨਹੀਂ ਬਣਾ ਸਕਦੇ। ਹੋ ਸਕਦਾ ਮੇਰੇ ਕੋਲ ਸਪੋਜ਼ ਐਗਜ਼ਾਮਪਲ ਦੇ ਤੌਰ ਦੇ ਉੱਤੇ 100 ਪੀਸਿਸ ਮੈਂ ਜਨਰੇਟ ਕਰ ਰਿਹਾ, ਉਹਨਾਂ 100 ਪੀਸਿਸ ਦੇ ਵਿੱਚੋਂ ਮੇਰੇ ਕੈਟਾਗਰੀਜ਼ ਦੇ ਅਕੋਰਡਿੰਗਲੀ ਮੇਰੇ 10 ਪੀਸਿਸ ਦੀ ਡਾਇਮੈਂਸ਼ਨ ਇੱਕ ਆ ਰਹੀ ਆ, 10 ਪੀਸਿਸ ਦੀ ਡਾਇਮੈਂਸ਼ਨ ਇੱਕ ਆ ਰਹੀ ਆ, 8 ਦੀ ਇੱਕ ਆ ਰਹੀ ਆ, 7 ਦੀ ਇੱਕ ਆ ਰਹੀ ਆ। ਮਤਲਬ ਕਿ ਉਹਨਾਂ ਸਾਰੀਆਂ ਪੀਸਿਸ ਦੇ ਵਿੱਚ ਕੁਛ ਨਾ ਕੁਛ ਵੇਰੀਏਸ਼ਨਸ ਮੇਰੇ ਕੋਲ ਹੋਣਗੇ ਹੀ ਹੋਣਗੇ। ਹਰ ਇੱਕ 100 ਪੀਸ ਦੇ ਵਿੱਚੋਂ ਜਿੰਨੇ ਵੀ ਪੀਸਿਸ ਨੇ ਸਾਰਿਆਂ ਦੀਆਂ ਡਾਇਮੈਂਸ਼ਨਸ ਹਲਕੀ ਹਲਕੀ ਵੇਰੀ ਕਰ ਸਕਦੀ ਹੈ। ਸੋ ਇਹ ਵੇਰੀਏਸ਼ਨਸ ਕਿਉਂ ਆਉਂਦੀਆਂ ਨੇ? ਇਹਨਾਂ ਨੂੰ ਕੰਪਨਸੇਟ ਕਰਨ ਦੇ ਲਈ ਅਸੀਂ ਕੀ ਕਰਦੇ ਹਾਂ? ਸੋ ਇਹਦੇ ਵਾਸਤੇ ਅਸੀਂ ਜੋ ਉੱਤੇ ਅਸੀਂ ਟਰਮਸ ਪੜ੍ਹੀਆਂ ਸੀ ਦੈਟ ਇਜ਼ ਲਿਮਿਟਸ, ਫਿਟਸ ਐਂਡ ਟੋਲਰੈਂਸਿਸ, ਇਹਨਾਂ ਦਾ ਇਸਤੇਮਾਲ ਅਸੀਂ ਇਸੇ ਵਾਸਤੇ ਕਰਦੇ ਹਾਂ ਤਾਂ ਕਿ ਉਹਨਾਂ ਪ੍ਰੋਪਰ ਪੀਸਿਸ ਨੂੰ ਪ੍ਰੋਪਰ ਮੇਟ ਕਰਵਾਇਆ ਜਾਵੇ, ਪ੍ਰੋਪਰ ਅਸੀਂ ਮੈਨੂਫੈਕਚਰਿੰਗ ਕਰ ਸਕੀਏ, ਸਾਡਾ ਪੀਸ ਜੋ ਹੈ ਉਹ ਰਿਜੈਕਟ ਨਾ ਹੋਵੇ, ਪਾਸ ਹੋ ਜਾਵੇ, ਉਸ ਦੀ ਪ੍ਰੋਪਰ ਵਰਕਿੰਗ ਹੋਵੇ। ਸੋ ਇਸ ਦੇ ਉੱਤੇ ਅੱਜ ਚਰਚਾ ਕਰਨੀ ਹੈ ਜੀ ਅਸੀਂ। ਸੋ ਆਓ ਡਿਸਕਸ ਕਰਦੇ ਹਾਂ ਜੀ ਨੈਕਸਟ ਅੱਗੇ। ਆਓ ਸਭ ਤੋਂ ਪਹਿਲਾਂ ਡਿਸਕਸ ਕਰਦੇ ਹਾਂ ਜੀ ਅਬਾਊਟ ਦਾ ਟਰਮ ਟੋਲਰੈਂਸ। ਟੋਲਰੈਂਸ ਬੇਸਿਕਲੀ ਕੀ ਚੀਜ਼ ਹੈ? ਅ ਰੇਂਜ ਆਫ ਵੇਰੀਏਸ਼ਨਸ ਹੈ ਜਿਸ ਨੂੰ ਅਸੀਂ ਪਰਮਿਟ ਕਰ ਸਕਦੇ ਹਾਂ ਕਿਸੇ ਵੀ ਮਸ਼ੀਨਡ ਕੰਪੋਨੈਂਟ ਦੇ ਵਿੱਚ। ਜਿਵੇਂ ਕਿ ਐਗਜ਼ਾਮਪਲ ਦੇ ਤੌਰ ਦੇ ਉੱਤੇ ਕਿ ਸਪੋਜ਼ ਮੈਂ ਕੋਈ ਪੀਸ ਤਿਆਰ ਕਰ ਰਿਹਾ ਹਾਂ, ਉਹਦਾ ਸਾਈਜ਼ ਐਗਜ਼ੈਕਟਲੀ ਮੰਨ ਕੇ ਚਲੋ ਕਿ ਬੇਸਿਕ ਸਾਈਜ਼ ਜੋ ਸਾਨੂੰ ਦਿੱਤਾ ਹੋਇਆ ਕਿ 30 ਤਿਆਰ ਕਰਨਾ ਹੈ, 30 mm। ਸੋ ਉਹ 30 mm ਤੋਂ ਜਦੋਂ ਅਸੀਂ ਪੀਸ ਤਿਆਰ ਕਰਕੇ ਮੇਜ਼ਰ ਕੀਤਾ, ਜੋ ਉਹਦੀ ਐਕਚੁਅਲ ਡਾਇਮੈਂਸ਼ਨ ਆਈ ਸਾਡੇ ਕੋਲ, ਡਾਇਮੈਂਸ਼ਨ ਦੇ ਵਿੱਚ ਮੇਰੇ ਕੋਲ ਕੁਝ ਵੇਰੀਏਸ਼ਨਸ ਆਈਆਂ ਕਿ ਐਗਜ਼ੈਕਟ 30 ਨਾ ਹੋ ਕੇ ਉਹ 30 ਤੋਂ ਪਲੱਸ ਮਾਈਨਸ ਥੋੜ੍ਹਾ ਜਿਹਾ ਸਾਈਜ਼ ਆ ਗਿਆ। ਸੋ ਉਹ ਪਲੱਸ ਮਾਈਨਸ ਮੇਰੇ ਕੋਲ ਕਿੰਨਾ ਸਾਈਜ਼ ਟੋਲਰੇਬਲ ਹੈ, ਕਿੰਨਾ ਮੇਰਾ ਉਹ ਸਾਈਜ਼ ਅਸੈਪਟੇਬਲ ਹੈ, ਉਸ ਨੂੰ ਅਸੀਂ ਕਾਊਂਟ ਕਰਦੇ ਹਾਂ, ਦੈਟ ਇਜ਼ ਟੋਲਰੈਂਸ। ਨੈਕਸਟ ਅਸੀਂ ਗੱਲ ਕਰਾਂਗੇ ਵਾਈ ਇਟ ਇਜ਼ ਨੈਸੈਸਰੀ। ਇਹ ਚੀਜ਼ ਕਿਉਂ ਜ਼ਰੂਰੀ ਹੈ? ਜਿਵੇਂ ਕਿ ਹੁਣੀ ਅਸੀਂ ਗੱਲ ਕੀਤੀ ਹੈ ਕਿ ਸਾਡੇ ਕੋਲ ਜਦੋਂ ਵੀ ਅਸੀਂ ਕੋਈ ਕੰਪੋਨੈਂਟ ਤਿਆਰ ਕਰਦੇ ਹਾਂ ਤਾਂ ਉਸ ਦੇ ਵਿੱਚ ਐਗਜ਼ੈਕਟ ਮੇਰੇ ਕੋਲ ਸੇਮ ਸਾਈਜ਼ ਨਹੀਂ ਮਿਲਦਾ, ਉਹਦੇ ਵਿੱਚ ਕੁਛ ਨਾ ਕੁਛ ਵੇਰੀਏਸ਼ਨਸ ਆਉਂਦੇ ਨੇ। ਸੋ ਉਸ ਵੇਰੀਏਸ਼ਨਸ ਦੇ ਕਰਕੇ ਹੀ ਅਸੀਂ ਇਸ ਦੀ ਵਰਤੋਂ ਕਰਦੇ ਹਾਂ, ਟੋਲਰੈਂਸ ਨੂੰ ਲੈ ਕੇ ਚੱਲਦੇ ਹਾਂ। ਸੋ ਆਪਾਂ ਪੜ੍ਹਦੇ ਹਾਂ It is impossible to manufacture a part or a component to an exact size or geometry। ਕਿ ਇਹਦੇ ਵਿੱਚ ਕਹਿ ਰਿਹਾ ਕਿ ਜਿਵੇਂ ਕਿ ਸਿੰਪਲੀ ਸਮਝ ਸਕਦੇ ਹਾਂ ਕਿ ਇਹ ਇੰਪੋਸੀਬਲ ਹੈ ਕਿ ਅਸੀਂ ਸੇਮ ਸਾਈਜ਼ ਦਾ ਕੰਪੋਨੈਂਟ ਜੋ ਸਾਨੂੰ ਗਿਵਨ ਡਰਾਇੰਗ ਹੋਵੇ ਉਹਦੇ ਅਕੋਰਡਿੰਗਲੀ, ਉਸ ਜਿਓਮੈਟਰੀ ਦੇ ਅਕੋਰਡਿੰਗਲੀ ਅਸੀਂ ਪੀਸ ਕੋਈ ਤਿਆਰ ਕਰ ਸਕਦੇ ਹੋਈਏ। ਸੋ ਇਹਦੇ ਵਿੱਚ ਵੇਰੀਏਸ਼ਨਸ ਰੱਖਣੀਆਂ ਜ਼ਰੂਰੀ ਨੇ। Since the variations from the drawing is invertible, so acceptable degree of variation must be applied। ਕਿ ਜਦੋਂ ਅਸੀਂ ਕੁਛ ਡਰਾਇੰਗ ਤੋਂ ਡਿਜ਼ਾਈਨ ਤਿਆਰ ਕਰਦੇ ਹਾਂ, ਸੋ ਤਿਆਰ ਕਰਦੇ ਹੋਏ ਉਹਦੇ ਵਿੱਚ ਕੁਛ ਨਾ ਕੁਛ ਜੋ ਵੇਰੀਏਸ਼ਨਸ ਨੇ ਉਹ ਹੁੰਦੀਆਂ ਹੀ ਹੁੰਦੀਆਂ ਨੇ। ਸੋ ਅਸੈਪਟੇਬਲ ਡਿਗਰੀ ਦੀ ਕੁਛ ਜੋ ਵੇਰੀਏਸ਼ਨਸ ਹੈ ਉਸ ਨੂੰ ਅਸੀਂ ਅਪਲਾਈ ਕਰ ਲੈਂਦੇ ਹਾਂ। ਲਾਰਜ ਵੇਰੀਏਸ਼ਨ ਮੇ ਅਫੈਕਟ ਦ ਫੰਕਸ਼ਨੈਲਿਟੀ ਆਫ ਦ ਪਾਰਟ। ਕਿ ਜੋ ਅਗਰ ਸਪੋਜ਼ ਕਿਸੇ ਪੀਸ ਦੇ ਵਿੱਚ ਅਸੀਂ ਲਾਰਜ ਵੇਰੀਏਸ਼ਨਸ ਦੇਤੀਆਂ, ਸੋ ਉਹ ਕੀ ਕਰੂਗਾ, ਉਸ ਪਰਟੀਕੂਲਰ ਪੀਸ ਦੀ ਫੰਕਸ਼ਨੈਲਿਟੀ ਜੋ ਹੋਊਗੀ, ਜੋ ਪਰਟੀਕੂਲਰ ਟਾਈਪ ਦਾ ਉਸ ਦੇ ਤੋਂ ਅਸੀਂ ਫੰਕਸ਼ਨ ਲੈਣਾ ਹੈ, ਉਸ ਦੀ ਫੰਕਸ਼ਨੈਲਿਟੀ ਨੂੰ ਐਗਜ਼ੈਕਟਲੀ ਸਾਨੂੰ ਨਹੀਂ ਦਊਗਾ। ਸੋ ਇਸੇ ਤਰ੍ਹਾਂ ਹੀ ਅਗਰ ਮੈਂ ਉਹਦੇ ਵਿੱਚ ਜੋ ਵੇਰੀਏਸ਼ਨਸ ਬਣਾਤੀਆਂ ਉਹ ਬਹੁਤ ਹੀ ਛੋਟੀਆਂ ਬਣਾਤੀਆਂ, ਸਮਾਲ ਵੇਰੀਏਸ਼ਨਸ ਕਰਤੀਆਂ, ਤਾਂ ਉਹ ਉਹਦੀ ਇਕੋਨਮੀ ਨੂੰ ਵੀ ਇਫੈਕਟ ਕਰੇਗਾ। ਸੋ ਹੁਣ ਇਹ ਇਕੋਨਮੀ ਨੂੰ ਕਿਵੇਂ ਇਫੈਕਟ ਕਰੇਗਾ? ਜਿੰਨੀ ਸਾਡੀ ਟੋਲਰੈਂਸ ਜ਼ੋਨ ਘੱਟ ਤੋਂ ਘੱਟ ਹੋਏਗਾ, ਜਿੰਨੀਆਂ ਸਾਡੀਆਂ ਲਿਮਿਟਸ ਘੱਟ ਤੋਂ ਘੱਟ ਹੋਣਗੀਆਂ, ਜਿੰਨੀ ਐਕੂਰੇਸੀ ਸਾਡੀ ਜ਼ਿਆਦਾ ਹੋਏਗੀ, ਸੋ ਉਹਨਾਂ ਟਾਈਮ ਵੀ ਵੱਧ ਕੰਜ਼ਿਊਮ ਹੋਏਗਾ, ਉਹਨੇ ਸਾਡੇ ਪ੍ਰਸੀਜ਼ਨ ਜੋ ਹੈ ਉਹ ਜ਼ਿਆਦਾ ਸਾਨੂੰ ਚਾਹੀਦੀ ਹੈ। ਸੋ ਉਹਦੇ ਵਾਸਤੇ ਸਾਡੀ ਟੂਲਿੰਗ ਜੋ ਹੈ ਉਹ ਵੀ ਸਾਨੂੰ ਵਧੀਆ ਚਾਹੀਦੀ ਹੈ। ਕਹਿਣ ਦਾ ਮਤਲਬ ਇਹ ਓਵਰਆਲ ਜੋ ਉਹਦੀ ਕੋਸਟ ਹੋਏਗੀ ਉਹ ਵਧਾ ਦੇਗੀ। ਨੈਕਸਟ ਅਸੀਂ ਗੱਲ ਕਰਾਂਗੇ ਦੈਟ ਇਜ਼ ਇਹਦੇ ਸਾਡੇ ਕੋਲ
ਨਤੀਜੇ ਕੀ ਹੋ ਸਕਦੇ ਹਨ, परिणाम ਕੀ ਹੋ ਸਕਦੇ ਹਨ, ਓਵਰਆਲ ਦੇ ਕੌਨਸੀਕੁਐਂਸਿਸ ਕੀ ਹੋ ਸਕਦੇ ਨੇ। ਜਿਵੇਂ ਕਿ ਹੁਣ ਅਸੀਂ ਹੁਣੀ ਗੱਲ ਕੀਤੀ ਸੀ ਕਿ ਜਿਵੇਂ ਹੀ ਅਸੀਂ ਸਮਾਲ ਵੇਰੀਏਸ਼ਨਸ ਕਰਾਂਗੇ ਤਾਂ ਉਹਦੇ ਨਾਲ ਸਾਡਾ ਕੋਸਟ ਫੈਕਟਰ ਜੋ ਹੈ, ਇਕੋਨਮੀ ਜੋ ਹੈ ਸਾਡੀ ਉਹ ਵੱਧ ਜਾਏਗੀ। ਸੋ ਪਹਿਲਾ ਪੁਆਇੰਟ ਵੀ ਇਹੀ ਕਹਿ ਰਿਹਾ, ਕਹਿੰਦਾ ਕੋਸਟ ਜਨਰਲੀ ਇਨਕਰੀਜ਼ਿਜ਼ ਵਿਦ ਦ ਸਮਾਲ ਟੋਲਰੈਂਸਿਸ, ਕਿ ਸਮਾਲ ਟੋਲਰੈਂਸਿਸ ਦੇ ਨਾਲ ਸਾਡੀ ਜੋ ਕੋਸਟ ਹੋਏਗੀ ਉਹ ਜਨਰਲੀ ਇਨਕਰੀਜ਼ ਕਰ ਜਾਏਗੀ। ਪਾਰਟਸ ਵਿਦ ਸਮਾਲਰ ਟੋਲਰੈਂਸਿਸ ਆਫਨ ਰਿਕੁਆਇਰਸ ਸਪੈਸ਼ਲ ਮੈਥਡ ਆਫ ਮੈਨੂਫੈਕਚਰਿੰਗ, ਕਿ ਜਦੋਂ ਸਾਡੇ ਕੋਲ ਅਸੀਂ ਟੋਲਰੈਂਸ ਘੱਟ ਤੋਂ ਘੱਟ ਰੱਖਣੀ ਹੁੰਦੀ ਹੈ ਸੋ ਉਹਦੇ ਵਾਸਤੇ ਸਾਨੂੰ ਸਪੈਸ਼ਲ ਪਰਪਸ ਦੇ ਟੂਲਸ ਯੂਜ਼ ਕਰਨੇ ਹੁੰਦੇ ਹਨ, ਸਪੈਸ਼ਲ ਮੈਥਡ ਦੀ ਮੈਨੂਫੈਕਚਰਿੰਗ ਯੂਜ਼ ਕਰਨੀ ਪੈਂਦੀ ਹੈ। ਸੋ ਅਗਲੇ ਪਾਰਟ ਦੇ ਵਿੱਚ ਕਹਿੰਦਾ ਪਾਰਟਸ ਵਿਦ ਸਮਾਲਰ ਟੋਲਰੈਂਸ ਆਫਨ ਰਿਕੁਆਇਰ ਗ੍ਰੇਟਰ ਇਨਸਪੈਕਸ਼ਨ ਐਂਡ ਕਾਲ ਫॉर ਰਿਜੈਕਸ਼ਨ ਆਫ ਪਾਰਟਸ, ਕਿ ਜਦੋਂ ਅਸੀਂ ਪਾਰਟਸ ਬਣਾਉਂਦੇ ਹਾਂ ਸਮਾਲਰ ਟੋਲਰੈਂਸਿਸ ਦੇ ਨਾਲ ਤਾਂ ਉਹਦੇ ਲਈ ਸਾਨੂੰ ਗ੍ਰੇਟਰ ਇਨਸਪੈਕਸ਼ਨ ਦੀ ਵੀ ਲੋੜ ਪੈਂਦੀ ਹੈ, ਟਾਈਮ ਟੂ ਟਾਈਮ ਸਾਨੂੰ ਇਨਸਪੈਕਸ਼ਨ ਜ਼ਿਆਦਾ ਕਰਨੀ ਪੈਂਦੀ ਹੈ, ਤਾਂ ਉਹਦੇ ਵਾਸਤੇ ਜੋ ਰਿਜੈਕਸ਼ਨ ਰੇਟ ਹੈ ਉਹ ਵੀ ਸਾਡਾ ਕੰਪੋਨੈਂਟਸ ਦਾ ਵੱਧ ਜਾਂਦਾ ਹੈ। ਸੋ ਓਵਰਆਲ ਇੱਥੋਂ ਅਸੀਂ ਦੇਖਿਆ ਕਿ ਅਸੀਂ ਟੋਲਰੈਂਸ ਦੇ ਨਾਲ ਅਸੈਪਟੇਬਿਲਿਟੀ ਆਫ ਦਾ ਜਿਹੜੀ ਕੰਪੋਨੈਂਟ ਹੈ ਉਹ ਸਾਡੀ ਵੱਧ ਜਾਂਦੀ ਹੈ। ਆਓ ਨੈਕਸਟ ਅਸੀਂ ਗੱਲ ਕਰਾਂਗੇ ਕਿ ਸਾਡਾ ਜਿਹੜਾ ਲਿਮਿਟ ਫਿਟ ਸਿਸਟਮ ਹੈ ਉਸ ਦੇ ਵਿੱਚ ਅਸੀਂ ਅਲੱਗ-ਅਲੱਗ ਜੋ ਟਰਮਸ ਸਟੱਡੀ ਕਰਨੀਆਂ ਨੇ ਉਹ ਕੀ ਨੇ। ਸੋ ਉਹਨਾਂ ਦੇ ਵਿੱਚ ਅਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ, ਆਓ ਡਿਸਕਸ ਕਰਦੇ ਹਾਂ ਜੀ। ਸੋ ਲਿਮਿਟ ਸਿਸਟਮ ਨੂੰ ਅਸੀਂ ਇੰਟਰਚੇਂਜੇਬਲ ਸਿਸਟਮ ਵੀ ਆਖਦੇ ਹਾਂ। ਇਸ ਸਿਸਟਮ ਦੇ ਵਿੱਚ ਅਸੀਂ ਕੀ ਸਟੱਡੀ ਕਰਨਾ ਹੈ ਜੀ, ਦੈਟ ਇਜ਼ ਲਿਮਿਟਸ ਕੀ ਹੁੰਦੇ ਹਨ, ਟੋਲਰੈਂਸਿਸ ਕੀ ਹੈ, ਅਲਾਇੰਸ ਕੀ ਨੇ, ਡੈਵੀਏਸ਼ਨਸ ਕੀ ਨੇ, ਕਲੀਅਰੈਂਸ ਕੀ ਹੈ, ਫਿਟਸ ਕੀ ਨੇ, ਫਿਟਸ ਕਿੰਨੇ ਤਰ੍ਹਾਂ ਦੇ ਹੁੰਦੇ ਹਨ। ਔਰ ਇਸ ਤੋਂ ਇਲਾਵਾ ਆਪਾਂ ਜਿੰਨੇ ਵੀ ਡਿਸਕਸ ਕੀਤੀਆਂ ਨੇ ਟਰਮਸ ਉਹਨਾਂ ਦੇ ਵਿੱਚ ਆਪਾਂ ਟਾਈਪਸ ਵੀ ਉਹਨਾਂ ਦੇ ਸਟੱਡੀ ਕਰਨੇ ਹਨ, ਉਹਨਾਂ ਦੇ ਫਾਇਦੇ ਜਾਂ ਨੁਕਸਾਨ ਦੇ ਬਾਰੇ ਵੀ ਅਸੀਂ ਡਿਸਕਸ ਕਰਨਾ ਹੈ। ਔਰ ਪੂਰੇ ਇਸ ਸਿਸਟਮ ਨੂੰ ਸਟੱਡੀ ਕਰਨ ਦੇ ਲਈ ਆਓ ਦੇਖਦੇ ਹਾਂ ਸਭ ਤੋਂ ਪਹਿਲਾਂ ਇਸ ਦਾ ਇੱਕ ਡਾਇਗਰਾਮ ਤੋਂ ਬਾਅਦ ਅਸੀਂ ਸਟਾਰਟ ਕਰਾਂਗੇ ਇਹਨਾਂ ਫਸਟ ਇਹਨਾਂ ਦੇ ਜੋ ਬੇਸਿਕ ਟਰਮਸ ਨੇ ਉਹਨਾਂ ਦੇ ਬਾਰੇ। ਸੋ ਤੁਸੀਂ ਦੇਖ ਪਾ ਰਹੇ ਹੋ ਤੁਹਾਡੇ ਸਾਹਮਣੇ ਇੱਕ ਡਾਇਗਰਾਮ ਨਜ਼ਰ ਆ ਰਿਹਾ ਹੈ। ਸੋ ਇਸ ਡਾਇਗਰਾਮ ਦੇ ਵਿੱਚ ਅਸੀਂ ਦੇਖ ਪਾ ਰਹੇ ਹਾਂ ਸਟਾਰਟਿੰਗ ਕਿੱਥੋਂ ਕਰਨੀ ਹੈ। ਮੈਂ ਸਟਾਰਟ ਕਰ ਰਿਹਾ ਵਿਦ ਦ ਰੈਡ ਲਾਈਨ ਦੈਟ ਇਜ਼ ਅ ਜ਼ੀਰੋ ਲਾਈਨ, ਜਿਹਨੂੰ ਅਸੀਂ ਕਹਿੰਦੇ ਹਾਂ ਲਾਈਨ ਆਫ ਜ਼ੀਰੋ ਡੈਵੀਏਸ਼ਨਸ, ਕਿ ਇਸ ਲਾਈਨ ਦੇ ਉੱਪਰ ਜੋ ਸਾਡੀਆਂ ਡੈਵੀਏਸ਼ਨਸ ਨੇ ਉਹ ਸਾਡੀਆਂ ਜ਼ੀਰੋ ਹੋਣਗੀਆਂ। ਡੈਵੀਏਸ਼ਨਸ ਹੁੰਦੀਆਂ ਕੀ ਨੇ ਉਹਨਾਂ ਨੂੰ ਡਿਸਕਸ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਇੱਥੇ ਸਮਝ ਲਈਏ ਕਿ ਇਹ ਡਾਇਗਰਾਮ ਦੇ ਵਿੱਚ ਸਾਨੂੰ ਦਿਖਾਇਆ ਕੀ ਗਿਆ ਹੈ। ਸਪੋਜ਼ ਮੇਰੇ ਕੋਲ ਦੋ ਮੇਟਿੰਗ ਕੰਪੋਨੈਂਟਸ ਨੇ, ਜਿਸ ਨੂੰ ਇੱਕ ਨੂੰ ਮੈਂ ਕਿਹਾ ਗਿਆ ਹੈ ਦੈਟ ਇਜ਼ ਹੋਲ ਔਰ ਦੂਸਰਾ ਮੇਰਾ ਕੰਪੋਨੈਂਟ ਹੈ ਦੈਟ ਇਜ਼ ਸ਼ਾਫਟ। ਇਹਨਾਂ ਦੋਨਾਂ ਨੂੰ ਅਸੀਂ ਮੇਟ ਕਰਵਾ ਕੇ ਅਲੱਗ-ਅਲੱਗ ਜੋ ਸਾਡੀਆਂ ਟਰਮਸ ਬਣ ਗਈਆਂ ਉਹਨਾਂ ਟਰਮਸ ਨੂੰ ਅਸੀਂ ਡਿਸਕਸ ਕਰਨਾ ਹੈ। ਸੋ ਉਸ ਦੇ ਲਈ ਹੁਣ ਅਸੀਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਜੋ ਸਾਡੀ ਹੋਲ ਗਿਵਨ ਹੈ ਇਸ ਦੇ ਵਿੱਚ ਕੁਛ ਏਰੀਆ ਮੈਂ ਉੱਤੇ ਪੈਨਸਲ ਦੇ ਨਾਲ ਸ਼ੇਡ ਕੀਤਾ ਹੋਇਆ। ਸੋ ਨੀਚੇ ਹੀ ਜੋ ਏਰੀਆ ਪੈਨ ਦੇ ਨਾਲ ਬਲੂ ਲਾਈਨਸ ਦੇ ਅੰਡਰ ਆ ਰਿਹਾ, ਜਿਹਦੇ ਵਿੱਚ ਮੇਰੇ ਕੋਲ ਹੈਚਿੰਗ ਕੀਤੀ ਹੋਈ ਹੈ ਵਿਦ ਦ ਰੈਡ ਪੈਨ। ਇਸ ਜ਼ੋਨ ਨੂੰ ਅਸੀਂ ਆਖਦੇ ਹਾਂ ਦੈਟ ਇਜ਼ ਮਾਈ ਟੋਲਰੈਂਸ ਜ਼ੋਨ। ਸੋ ਹੁਣ ਇਹ ਟੋਲਰੈਂਸ ਕੀ ਹੈ, ਮਿਨੀਮਮ ਸਾਈਜ਼ ਕੀ ਹੈ, ਮੈਕਸਿਮਮ ਸਾਈਜ਼ ਕੀ ਹੈ, ਬੇਸਿਕ ਸਾਈਜ਼ ਕੀ ਹੈ, 1 ਬਾਏ 1 ਇੱਥੇ ਅਸੀਂ ਡਿਸਕਸ ਕਰਾਂਗੇ, ਇਹਨਾਂ ਨੂੰ ਪੜ੍ਹਾਂਗੇ ਵੀ। ਸੋ ਨਾਲ ਐਗਜ਼ਾਮਪਲਸ ਵੀ ਲਵਾਂਗੇ। ਸੋ ਸਭ ਤੋਂ ਪਹਿਲਾਂ ਇਸ ਡਾਇਗਰਾਮ ਦੇ ਵਿੱਚ ਦੇਖਦੇ ਹਾਂ ਜੀ, ਸਾਡੇ ਕੋਲ ਸ਼ਾਫਟ ਦੇ 3 ਅਲੱਗ-ਅਲੱਗ ਸਾਈਜ਼ਸ ਦਿੱਤੇ ਹੋਏ ਨੇ, ਜਿਹਦੇ ਵਿੱਚੋਂ ਮੈਂ ਸਭ ਤੋਂ ਪਹਿਲਾਂ ਅਗਰ ਗੱਲ ਕਰਾਂ ਕਿ ਜ਼ੀਰੋ ਲਾਈਨ ਤੋਂ ਲੈ ਕੇ ਡਾਊਨ ਦਾ ਸ਼ਾਫਟ, ਇਹ ਮੇਰਾ ਕਹਿਲਾਉਂਦਾ ਹੈ ਦੈਟ ਇਜ਼ ਬੇਸਿਕ ਸਾਈਜ਼ ਆਫ ਦਾ ਸ਼ਾਫਟ। ਉਸ ਤੋਂ ਬਾਅਦ ਜੋ ਮੇਰੀ ਅਪਰ ਲਿਮਿਟ ਹੈ, ਅਪਰ ਲਿਮਿਟ ਤੋਂ ਡਾਊਨ ਆਫ ਦਾ ਸ਼ਾਫਟ, ਇਹ ਮੇਰਾ ਕਹਿਲਾਉਂਦਾ ਹੈ ਦੈਟ ਇਜ਼ ਮੈਕਸਿਮਮ ਸਾਈਜ਼। ਦੈਨ ਮੇਰਾ ਟੋਲਰੈਂਸ ਜ਼ੋਨ ਤੋਂ ਥੱਲੇ ਤੋਂ ਲੈ ਕੇ ਡਾਊਨ ਤੱਕ ਦਿਸ ਇਜ਼ ਮਿਨੀਮਮ ਸਾਈਜ਼। ਔਰ ਦੂਸਰੇ ਪਾਸੇ ਅਗਰ ਹੋਲ ਦੀ ਗੱਲ ਕੀਤੀ ਜਾਵੇ ਤਾਂ ਇਸੇ ਤਰੀਕੇ ਦੇ ਨਾਲ ਹੋਲ ਦੇ ਵਿੱਚ ਹੈ ਦਿਸ ਇਜ਼ ਦਾ ਮਿਨੀਮਮ ਸਾਈਜ਼ ਆਫ ਦਾ ਹੋਲ, this is the maximum size of the whole and this is the basic size of the whole। ਔਰ ਇਹਦੇ ਵਿੱਚ ਹੀ ਅਸੀਂ ਹੋਰ ਟਰਮਸ ਜਿਹੜੀਆਂ ਦਿੱਤੀਆਂ ਹੋਈਆਂ ਨੇ ਨਾਲ ਦੈਟ ਇਜ਼ ਉਹ ਵੀ ਦੇਖਦੇ ਹਾਂ। ਇਸ ਦੀ ਹੀ ਦਿੱਤੀ ਹੋਈ ਹੈ ਸਾਡੀ ਹੋਲ ਦੀ ਟੋਲਰੈਂਸ ਦਿੱਤੀ ਹੋਈ ਹੈ, ਜੋ ਇਹ ਸਾਰਾ ਜ਼ੋਨ ਹੈ ਇਹ ਸਾਡਾ ਸ਼ੋ ਕਰ ਰਿਹਾ ਦੈਟ ਇਜ਼ ਅ ਟੋਲਰੈਂਸ ਆਫ ਹੋਲ। ਇਸ ਤੋਂ ਉੱਪਰ ਸਾਡੇ ਕੋਲ ਡੈਵੀਏਸ਼ਨਸ ਆਉਂਦੀਆਂ ਨੇ। ਡੈਵੀਏਸ਼ਨਸ ਬੇਸਿਕਲੀ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਅਪਰ ਡੈਵੀਏਸ਼ਨ ਐਂਡ ਲੋਅਰ ਡੈਵੀਏਸ਼ਨ। ਡੈਵੀਏਸ਼ਨ ਨੂੰ ਅਸੀਂ ਐਕਸਪਲੇਨ ਕਰਦੇ ਹਾਂ ਵਿਦ ਦ ਹੈਲਪ ਆਫ ਜ਼ੀਰੋ ਲਾਈਨ। ਸੋ ਜ਼ੀਰੋ ਲਾਈਨ ਤੋਂ ਲੈ ਕੇ ਜੋ ਆਪਣੇ ਕੋਲ ਮੈਕਸਿਮਮ ਟੋਲਰੈਂਸ ਜ਼ੋਨ ਜਿੱਥੇ ਆ ਰਿਹਾ ਹੈ ਦੈਟ ਇਜ਼ ਅਪਰ ਲਿਮਿਟ ਆਫ ਦਾ ਹੋਲ, ਇਹਨੂੰ ਅਸੀਂ ਕਹਿ ਦਿੰਦੇ ਹਾਂ ਦੈਟ ਇਜ਼ ਅਪਰ ਡੈਵੀਏਸ਼ਨ। ਸੋ ਇਸੇ ਤਰ੍ਹਾਂ ਹੀ ਲੋਅਰ ਡੈਵੀਏਸ਼ਨ ਆਫ ਦਾ ਹੋਲ, ਜਿਹੜੀ ਕਿ ਬੇਸਿਕ ਸਾਈਜ਼ ਤੋਂ ਲੈ ਕੇ ਲੋਅਰ ਜੋ ਸਾਡੀ ਲਿਮਿਟ ਹੈ ਆਫ ਦਾ ਹੋਲ ਉੱਥੋਂ ਤੱਕ ਕਹਿਲਾਉਂਦੀ ਹੈ ਦੈਟ ਇਜ਼ ਲੋਅਰ ਡੈਵੀਏਸ਼ਨ। ਇਸੇ ਤਰ੍ਹਾਂ ਹੀ ਆਪਣੇ ਕੋਲ ਸ਼ਾਫਟ ਦੇ ਕੇਸ ਦੇ ਵਿੱਚ ਹੈ ਕਿ ਜੋ ਸ਼ਾਫਟ ਦਾ ਮੈਕਸਿਮਮ ਸਾਈਜ਼ ਹੈ, ਮੈਕਸਿਮਮ ਸਾਈਜ਼ ਤੋਂ ਲੈ ਕੇ
जो अपनी बेसिक साइज़ तक या जीरो लाइन तक का जो डायमेंशन है उसनों कहने हैं दिस इज़ अपर डेविएशन। इस तरह ही जो लोअर साइज़ ऑफ द शाफ्ट है उतों तो लैके बेसिक जीरो लाइन तक जो मेरा साइज़ बनया दैट इज़ लोअर डेविएशन। इस तरह ही साढ़े कोल जो अलाउंसिस ने अलाउंस भी इत्थे मैं रिप्रजेंट की है। सो जो अपने कोल मैक्सिमम साइज़ ऑफ द शाफ्ट तो लैके मिनिमम साइज़ ऑफ द होल तक का जो डिस्टेंस आएगा जो डिफरेंस है इसमें असी कहने दैट इज़ मिनिमम अलाउंस। एंड इसी तरह ही जो अपने कोल मिनिमम साइज़ ऑफ द शाफ्ट एंड मैक्सिमम साइज़ ऑफ द होल जो मेरा डिस्टेंस आया जो डिफरेंस आएगा ये कहलागा दैट इज़ मैक्सिमम अलाउंस। सो इन्हों असी हुण इत्थे डायग्राम दे विच चंगी तरह देखिया है। सो इन्हों ही असी फरदर अगे पढ़ांगे वन बाय वन कि ये विच असी जो टर्म्स यूज़ करते हाँ जीरो लाइन की है, शाफ्ट की है, होल की है। सो वन बाय वन टर्म्स नूं असी डिस्कस करांगे। तुसीं एक चीज़ नोट की होनी है कि इस डायग्राम दे विच मैं नीचे इत्थे कुछ नीचे रिप्रजेंट किया है दैट इज़ यूनीलेटरल सिस्टम। हुण यूनीलेटरल सिस्टम का मतलब की है कि जदों मेरे कोल शाफ्ट के दोनों साइज़ एंड होल के दोनों साइज़ बेसिक साइज़ तो जीरो लाइन तो एक साइड के उत्ते ही शो करते होण लाई करते होण। जिवें कि तुसीं देख पा रहे हो डायग्राम दे विच कि मेरे कोल जिहड़े शाफ्ट के दोनों साइज़ ने वो मेरे कोल बिलो द जीरो लाइन है एंड जिहड़े मेरे होल के दोनों साइज़ ने वो मेरे अबव द लाइन है। सो इहदे विच ही मैं तुहानूं एक होर डायग्राम दिखा रहा हाँ जिहदे विच तुसीं दोनों साइज़ उपर नीचे देखोगे। सो उही बेसिक डायग्राम तुसीं हुण इत्थे देख पा रहे हो दैट इज़ इन द बायलैटरल सिस्टम कि जदों मेरे कोल टॉलरेंस जोन बेसिक लाइन तो जीरो लाइन तो दोनों साइड ते ही लाई करते हैं। तुसीं इत्थे शाफ्ट भी देख सकते हो कि जो शाफ्ट की टॉलरेंस जोन है वो मेरे कोल जीरो लाइन के दोनों तरफ नज़र आ रहा है, नीचे भी और ऊपर भी। और होल के केस दे विच भी तुसीं वो चीज़ देख रहे हो कि वो मेरे कोल बेसिक लाइन तो जीरो लाइन तो नीचे भी है और ऊपर भी है। इस सिस्टम को असीं कह देने दैट इज़ बायलैटरल सिस्टम। नाउ वन बाय वन टर्म्स डिस्कस करांगे हुण। सो सब तो पहली टर्म है दैट इज़ नॉमिनल साइज़। हुण नॉमिनल साइज़ किसनूं कहने हैं? So it is the size of a part specified in the drawing by the designer which remains within the tolerance as matter of convenience। कि जिहड़ा साइज़ साडे कोल स्पैसीफाई किया होवे ड्राइंग दे उत्ते डिज़ाइनर दे द्वारा जो कि साडे टॉलरेंस जोन दे इन बिटवीन होवे। कहने का मतलब कि जो साडी अपर लिमिट है और लोअर लिमिट है उन्हां दे इन बिटवीन जदों मेरा कोई साइज़ लाई करे जो कि साडी कन्वीनियंस दे लई बैटर होवे। सो उस साइज़ नूं असीं कह दिंदे दैट इज़ नॉमिनल साइज़। एग्जाम्पल के तौर के उत्ते तुसीं देख पा रहे हो इत्थे कि मेरे कोल इत्थे कुछ दी हुई है 50 डायमेंशन है। सपोज मेरी कोई शाफ्ट है उसका साइज़ दिता है दैट इज़ 50 mm और उसका जो मेरे कोल लिमिट्स दे दी हैं प्लस माइनस दैट इज़ 0.2। सो इसनों मैं एक डायग्राम की हेल्प के नाल शो किया है दैट इज़ मिनीमम साइज़ उसका की हो सकता है कि अगर मैं 50 के विचों 0.2 माइनस कर देवां दैट इज़ 49.8 mm और मैक्सिमम साइज़ की हो सकता दैट इज़ प्लस कर देना है दैट इज़ 50.2 mm। सो इन्हां दे इन बिटवीन अगर मेरा कोई भी साइज़ है दैट इज़ 49.9 50 50.1 वो मेरा कहलाएगा दैट इज़ नॉमिनल साइज़। सो नॉमिनल साइज़ लाइज बिटवीन अपर लिमिट एंड लोअर लिमिट इन्हां दोवां दे विच किते लाई करेगा। सो इट गिव्स द इन्फॉर्मेशन टू द मैन्युफैक्चरर टू मैन्युफैक्चर द प्रोडक्ट विद इन दीज लिमिट्स। सो ये साइज़ मैनू दर्शाएगा कि जो मैं साइज़ तैयार करना है वो इन्हां दो लिमिट्स दे इन बिटवीन ही तैयार करना है। नेक्स्ट है दैट इज़ बेसिक साइज़। बेसिक साइज़ की है इट इज़ अ साइज़ ऑफ अ पार्ट ऑन विच द डायमेंशनल डेविएशंस आर गिवन to arrive at the final dimension of the mating parts। कि जदों असी किसी भी कंपोनेंट द बेसिक साइज़ लेने हाँ जिमें कि साडा जो डायमेंशन है एग्जैक्ट सानू दी हुई है। जिमें सपोज कोई डिज़ाइनर है, डिज़ाइनर ने मैनू देता कि मैनू एग्जैक्ट 50 mm साइज़ चाहिए है। सो वो जो 50 mm साइज़ है जिहदी हैल्प दे नाल मैं कुछ टॉलरेंस जोन दियां डायमेंशनस लै सकदा हाँ, कुछ अलाउंसिस लै सकदा हाँ, उसनूं मैं आख सकदा हाँ दैट इज़ बेसिक साइज़। द बेसिक साइज़ रेफर्स टू द साइज़ फ्रॉम विच द लिमिट्स ऑफ द साइज़ आर ड्राइव्ड। जिवें कि हुणी असीं गल कीती कि वो साइज़ अपने कोल जिथों असीं
ਮੈਕਸਿਮਮ ਤੇ ਮਿਨੀਮਮ ਸਾਈਜ਼ਸ ਕਿਸੇ ਵੀ ਕੰਪੋਨੈਂਟ ਦੇ ਲੈ ਕੇ ਚੱਲਦੇ ਹਾਂ, ਉਸ ਨੂੰ ਅਸੀਂ ਬੇਸਿਕ ਸਾਈਜ਼ ਕਹਿੰਦੇ ਹਾਂ। ਜਿਵੇਂ ਕਿ ਐਗਜ਼ਾਮਪਲ ਦੇ ਤੌਰ ਦੇ ਉੱਤੇ ਸਾਡੀ ਕੋਈ ਸ਼ਾਫਟ ਹੈ, ਉਹਦਾ ਆਪਣੇ ਕੋਲ ਜੋ ਡਾਇਆਮੀਟਰ ਦਿੱਤਾ ਹੋਇਆ ਦੈਟ ਇਜ਼ 45 mm। ਉਸ ਦੇ ਵਿੱਚ ਅਸੀਂ ਕੁਝ ਟੋਲਰੈਂਸ ਜ਼ੋਨ ਲੈਣਾ ਹੈ, ਕੁਝ ਲਿਮਿਟਸ ਲੈ ਕੇ ਚੱਲਣੀਆਂ ਨੇ, ਜਿਵੇਂ ਕਿ ਇੱਥੇ ਅਸੀਂ ਲਈਆਂ ਨੇ ਦੈਟ ਇਜ਼ 0.02 ਐਂਡ ਇਹ ਪਲੱਸ ਦੇ ਵਿੱਚ ਹੈ, ਦੂਸਰੀ ਹੈ ਦੈਟ ਇਜ਼ -0.01 mm। ਸੋ ਇਹਦੇ ਵਿੱਚ ਜੋ ਅਸੀਂ ਅਪਰ ਲਿਮਿਟ ਐਂਡ ਲੋਅਰ ਲਿਮਿਟ ਰਹੀ ਹੈ ਉਹ ਵਿਦ ਰਿਸਪੈਕਟਿਵ ਟੂ 45 mm ਲਈ ਹੈ। ਸੋ 45 mm ਮੇਰੇ ਕੋਲ ਇੱਥੇ ਕੀ ਕਹਿਲਾਏਗਾ ਦੈਟ ਇਜ਼ ਬੇਸਿਕ ਸਾਈਜ਼। ਐਂਡ ਲਾਸਟ that is basic size is taken as the reference to calculate the nominal size within limits। so ਅਸੀਂ basic size ਨੂੰ ਇੱਕ reference ਲੈ ਕੇ ਚੱਲਦੇ ਹਾਂ ਕਿ ਜਿਹਦੇ ਨਾਲ ਅਸੀਂ ਕਿਸੇ ਵੀ ਕੰਪੋਨੈਂਟ ਦਾ nominal size within the limits calculate ਕਰ ਸਕੀਏ। ਨੈਕਸਟ ਹੈ ਸਾਡੇ ਕੋਲ ਦੈਟ ਇਜ਼ ਐਕਚੁਅਲ ਸਾਈਜ਼ ਆਫ ਦਾ ਕੰਪੋਨੈਂਟ। ਹੁਣ ਐਕਚੁਅਲ ਸਾਈਜ਼ ਕੀ ਹੋਏਗਾ, ਸਪੋਜ਼ ਹੁਣ ਮੈਂ ਪੀਸ ਬਣਾ ਕੇ ਤਿਆਰ ਕਰ ਲਿਆ ਹੈ ਮਸ਼ੀਨ ਦੇ ਉੱਤੇ। ਸੋ ਉਸ ਦੀਆਂ ਜਦੋਂ ਮੈਂ ਹੁਣ ਡਾਇਮੈਂਸ਼ਨਿੰਗ ਕੀਤੀ, ਉਹਦੀ ਮੈਂ ਜਦੋਂ ਮੇਜ਼ਰਮੈਂਟ ਕੀਤੀ ਤਾਂ ਉਹਦੇ ਕੋਲ ਜਦੋਂ ਮੇਰੇ ਕੋਲ ਉਹਨੇ ਐਗਜ਼ੈਕਟ ਸਾਈਜ਼ ਹੁਣ ਮੈਨੂੰ ਦਿੱਤਾ, ਜੋ ਵੀ ਮੈਂ ਮੇਜ਼ਰ ਕੀਤਾ ਉਸ ਦੇ ਬਣਨ ਤੋਂ ਬਾਅਦ, ਮੈਨੂਫੈਕਚਰਿੰਗ ਕੰਪਲੀਟ ਹੋਣ ਤੋਂ ਬਾਅਦ, ਉਹ ਮੇਰੇ ਕੋਲ ਕਹਿਲਾਏਗਾ ਦੈਟ ਇਜ਼ ਮਾਈ ਐਕਚੁਅਲ ਸਾਈਜ਼। ਜੇ ਐਗਜ਼ਾਮਪਲ ਦੇ ਤੌਰ ਦੇ ਉੱਤੇ ਸਪੋਜ਼ ਸਾਡੇ ਕੋਲ ਪਹਿਲਾਂ ਕੋਈ ਸਾਈਜ਼ ਦਿੱਤਾ ਹੋਇਆ ਸੀ 48 ਪਲੱਸ ਮਾਈਨਸ ਸਾਨੂੰ ਕੁਝ ਅਪਰ ਲਿਮਿਟ ਦਿੱਤੀ ਹੋਈ ਹੈ। ਸੋ ਉਸ ਦੇ ਰਿਸਪੈਕਟਿਵ ਅਸੀਂ ਇੱਥੇ ਦੇਖ ਲਿਆ ਕਿ ਉਹਦਾ ਮਿਨੀਮਮ ਸਾਈਜ਼ ਇਹ ਹੋ ਸਕਦਾ ਦੈਟ ਇਜ਼ 47.99 mm ਔਰ ਮੈਕਸਿਮਮ ਸਾਈਜ਼ ਉਸਦਾ 48.02 mm ਹੋ ਸਕਦਾ ਹੈ। ਮੈਨੂਫੈਕਚਰਿੰਗ ਕੀਤੀ, ਮੈਨੂਫੈਕਚਰਿੰਗ ਕਰਨ ਤੋਂ ਬਾਅਦ ਉਸ ਦਾ ਜੋ ਵੀ ਸਾਈਜ਼ ਮੇਰੇ ਕੋਲ ਇਹਨਾਂ ਦੋ ਲਿਮਿਟਸ ਦੇ ਵਿੱਚ ਆਏਗਾ, ਮੇਜ਼ਰ ਕਰਨ ਤੋਂ ਬਾਅਦ ਜੋ ਮੈਨੂੰ ਪਤਾ ਲੱਗਿਆ ਦੈਟ ਇਜ਼ ਨੋਨ ਐਜ਼ ਐਕਚੁਅਲ ਸਾਈਜ਼ ਆਫ ਦਾ ਕੰਪੋਨੈਂਟ। ਨੈਕਸਟ ਇਜ਼ ਦੈਟ ਇਜ਼ ਜ਼ੀਰੋ ਲਾਈਨ। ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਾਡੇ ਕੋਲ ਜਿਸ ਰੈਫਰੈਂਸ ਲਾਈਨ ਤੋਂ, ਜਿਸ ਬੇਸਿਕ ਲਾਈਨ ਤੋਂ ਅਸੀਂ ਰੈਫਰੈਂਸਿਸ ਲੈ ਕੇ ਚੱਲਦੇ ਹਾਂ, ਉਸ ਲਾਈਨ ਨੂੰ ਅਸੀਂ ਕਹਿੰਦੇ ਹਾਂ ਦੈਟ ਇਜ਼ ਜ਼ੀਰੋ ਲਾਈਨ। ਇਟ ਇਜ਼ ਅ ਸਟ੍ਰੇਟ ਲਾਈਨ ਕੋਰਸਪੋਂਡਿੰਗ ਟੂ ਦਾ ਬੇਸਿਕ ਸਾਈਜ਼, ਕਿ ਬੇਸਿਕ ਸਾਈਜ਼ ਨੂੰ ਜੋ ਰਿਪਰੈਜ਼ੈਂਟ ਕਰਦੀ ਹੋਈ ਲਾਈਨ ਹੈ ਉਸ ਨੂੰ ਅਸੀਂ ਜ਼ੀਰੋ ਲਾਈਨ ਆਖਦੇ ਹਾਂ। ਨੈਕਸਟ ਇਜ਼ ਸ਼ਾਫਟ ਐਂਡ ਹੋਲ। ਹੁਣ ਇਸ ਕੇਸ ਦੇ ਵਿੱਚ, ਇਸ ਪੂਰੇ ਸਿਸਟਮ ਦੇ ਵਿੱਚ ਅਸੀਂ ਸ਼ਾਫਟ ਜਾਂ ਹੋਲ ਕਿਸ ਨੂੰ ਆਖਦੇ ਹਾਂ, ਇਸ ਨੂੰ ਅਸੀਂ ਪਹਿਲਾਂ ਡਾਇਗਰਾਮ ਦੀ ਹੈਲਪ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਪਹਿਲਾਂ ਵੀ ਦੇਖ ਚੁੱਕੇ ਹੋ ਕਿ ਇਸ ਡਾਇਗਰਾਮ ਦੇ ਵਿੱਚ ਅਸੀਂ ਦੋ ਕੰਪੋਨੈਂਟਸ ਲਏ ਨੇ ਜਿਨ੍ਹਾਂ ਨੂੰ ਅਸੀਂ ਆਪਸ ਦੇ ਵਿੱਚ ਮੇਟ ਕਰਵਾ ਰਹੇ ਹਾਂ। ਜਿਵੇਂ ਕਿ ਇੱਕ ਨੂੰ ਅਸੀਂ ਹੋਲ ਕਹਿਤਾ, ਇੱਕ ਨੂੰ ਅਸੀਂ ਸ਼ਾਫਟ ਕਹਿਤਾ। ਸੋ ਇਸੇ ਤਰ੍ਹਾਂ ਹੀ ਕਿਸੇ ਵੀ ਸਿਸਟਮ ਦੇ ਵਿੱਚ ਕਦੇ ਵੀ ਜਦੋਂ ਅਸੀਂ ਦੋ ਕੰਪੋਨੈਂਟਸ ਦੀ ਮੇਟਿੰਗ ਕਰਵਾਉਂਦੇ ਹਾਂ, ਜਦੋਂ ਦੋ ਕੰਪੋਨੈਂਟਸ ਨੂੰ ਅਸੀਂ ਆਪਸ ਦੇ ਵਿੱਚ ਰਿਲੇਟਿਵ ਮੋਸ਼ਨ ਲੈਣਾ ਹੋਵੇ ਦੋ ਕੰਪੋਨੈਂਟਸ ਦੇ ਵਿਚਾਲੇ, ਸੋ ਉੱਥੇ ਅਸੀਂ ਇੱਕ ਜਦੋਂ ਇਹਨਾਂ ਟਰਮਸ ਨੂੰ ਡਿਸਕ੍ਰਾਈਬ ਕਰਨਾ ਹੋਵੇ ਸੋ ਉੱਥੇ ਇੱਕ ਨੂੰ ਅਸੀਂ ਹੋਲ ਕਹਿ ਦਿੰਦੇ ਹਾਂ, ਇੱਕ ਨੂੰ ਅਸੀਂ ਸ਼ਾਫਟ ਕਹਿੰਦੇ ਹਾਂ। ਸੋ ਦੇਖਦੇ ਹਾਂ ਵਨ ਬਾਏ ਵਨ ਕੀ ਹੁੰਦਾ ਹੈ। So shaft is the term used by convention to designate all the external features of a part including those which are not cylindrical। ਸੋ ਜਦੋਂ ਕਿਸੇ ਵੀ ਕੰਪੋਨੈਂਟ ਦੇ ਅਸੀਂ ਐਕਸਟਰਨਲ ਫੀਚਰਸ ਦੇ ਬਾਰੇ ਗੱਲ ਕਰਨੀ ਹੋਵੇ, ਕਿਸੇ ਵੀ ਕੰਪੋਨੈਂਟ ਦੇ ਕਿਸੇ ਵੀ ਪਾਰਟ ਦੇ ਐਕਸਟਰਨਲ ਫੀਚਰਸ ਦੇ ਬਾਰੇ ਗੱਲ ਕਰਨੀ ਹੋਵੇ, ਸੋ ਉਸ ਨੂੰ ਅਸੀਂ ਕੰਸੀਡਰ ਕਰਦੇ ਹਾਂ ਦੈਟ ਇਜ਼ ਸ਼ਾਫਟ। ਉਹਦੇ ਵਿੱਚ ਸਾਡੇ ਕੋਲ ਨਾਟ ਸਿਲੰਡਰੀਕਲ ਜੋ ਪਾਰਟਸ ਹੋਣਗੇ ਉਹਦੇ, ਉਹ ਵੀ ਡਾਇਮੈਂਸ਼ਨ ਜੋ ਉਹਦੀਆਂ ਹੋਣਗੀਆਂ ਉਹ ਵੀ ਕੰਸੀਡਰ ਕੀਤੀਆਂ ਜਾਣਗੀਆਂ। ਨੈਕਸਟ ਹੈ ਦੈਟ ਇਜ਼ ਹੋਲ। ਸੋ ਇਸ ਦੇ ਉਲਟਾ ਹੋਏਗਾ ਦੈਟ ਇਜ਼ ਕਿ ਇਹ ਟਰਮ ਯੂਜ਼ਡ ਬਾਈ ਦ ਕਨਵੈਨਸ਼ਨ ਟੂ ਡੈਜ਼ਿਗਨੇਟ ਆਲ ਦ ਇੰਟਰਨਲ ਫੀਚਰਸ ਆਫ ਦ ਪਾਰਟ ਇਨਕਲੂਡਿੰਗ ਦੋਜ਼ ਵਿਚ ਆਰ ਨਾਟ ਸਿਲੰਡਰੀਕਲ। ਕਿ ਜਦੋਂ ਅਸੀਂ ਕਿਸੇ ਵੀ ਕੰਪੋਨੈਂਟ ਦੇ ਇੰਟਰਨਲ ਫੀਚਰਸ ਦੇ ਬਾਰੇ ਗੱਲ ਕਰਨੀ ਹੋਵੇ ਉਸ ਪਾਰਟ ਨੂੰ ਅਸੀਂ ਕਹਿ ਦਿੰਦੇ ਹਾਂ ਦੈਟ ਇਜ਼ ਹੋਲ।